ਆਲ ਇੰਡੀਆ ਕਿਸਾਨ ਸਭਾ ਤੋਂ ਸਾਡੇ ਨਾਲ ਬਲਦੇਵ ਸਿੰਘ ਜੀ ਜੁੜ ਚੁੱਕੇ ਨੇ। ਕਿਸਾਨ ਆਗੂ ਵਿਗਿਆਨ ਭਵਨ ਪਹੁੰਚੇ ਨੇ। ਅੱਜ 8ਵੇਂ ਗੇੜ ਦੀ ਬੈਠਕ ਹੈਗੀ ਹੈ। ਬਲਦੇਵ ਸਿੰਘ ਜੀ, ਕੀ ਉਮੀਦ ਹੈ? ਜਿਸ ਤਰ੍ਹਾਂ ਸੱਤ ਬੈਠਕਾਂ ਹੋ ਚੁੱਕੀਆਂ ਨੇ, ਨਤੀਜਾ ਕੋਈ ਨਿਕਲ ਨਹੀਂ ਰਿਹਾ। ਵੱਖ-ਵੱਖ ਰਣਨੀਤੀ ਤੈਅ ਕਰਕੇ ਸਰਕਾਰ ਜਿਹੜੀ ਹੈ ਕਿਸਾਨਾਂ ਦਾ ਜਿਹੜਾ ਸਮਾਂ ਬਰਬਾਦ ਕਰ ਰਹੀ ਹੈ। ਅੱਜ 44ਵੇਂ ਦਿਨ 'ਚ ਸੰਘਰਸ਼ ਪਹੁੰਚ ਚੁੱਕਾ ਹੈ। ਠੰਡ ਇੰਨੀ ਹੈ, ਕਿਸਾਨਾਂ ਦੀ ਮੌਤ ਵੀ ਹੋ ਰਹੀ ਹੈ। ਕੀ ਲੱਗਦਾ ਸਰਕਾਰ ਦੀ ਮਨਸ਼ਾ ਕੀ ਹੈ ਜੀ? देखो, पहली गल तो बड़े अफसोस की गल है भी, और एक पासे गर्व भी है कि साडे हत्थों रो तिन जो जुझारू जिहड़े किसान वीर ने सातों विछड़ जाते हैं, क्योंकि इन्नी ठंड के करपोप दे विच ਜਿਹੜਾ ਹੈਗਾ ਮਤਲਬ ਉਹਨਾਂ ਨੂੰ ਹਾਰਟ ਅਟੈਕ ਜਾਂ ਹੋਰ ਸਮੱਸਿਆਵਾਂ ਠੰਡ ਲੱਗਣ ਕਾਰਨ ਇਹ ਹੋ ਰਿਹਾ ਹੈ। ਪਹਿਲਾਂ ਇਹ ਵਰਤਾਰਾ 2-3-4 ਦਿਨਾਂ 'ਚ ਇੱਕ ਦਾ ਸੀਗਾ, ਹੁਣ 2-3 ਦਾ ਹਰ ਰੋਜ਼ ਹੈ। ਜੋ ਸਾਡੇ ਕੋਲ ਬਹੁਤ ਹੀ ਜੁਝਾਰੂ ਜਿਹੜੇ ਮਿਲੀਟੈਂਟ ਸਾਡੇ ਕੋਲ ਵੀਰ ਨੇ ਕਿਸਾਨ, ਉਹ ਸਾਡੇ ਤੋਂ ਜਾ ਰਹੇ ਨੇ। ਇਸ ਗੱਲ ਦਾ ਸਾਨੂੰ ਅਫਸੋਸ ਵੀ ਹੈ ਔਰ ਗਰਵ ਇਸ ਕਰਕੇ ਹੈ ਕਿ ਅਸੀਂ ਸ਼ਹਾਦਤਾਂ ਦੇਣ ਜਾਣਦੇ ਹਾਂ, ਲਗਾਤਾਰ ਦੇ ਰਹੇ ਹਾਂ। ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਅਸੀਂ ਨਹੀਂ ਵੀ ਹੋਰ ਕਿੰਨੀਆਂ ਸ਼ਹਾਦਤਾਂ ਤੁਸੀਂ ਲਓਗੇ। 8ਵੇਂ ਗੇੜ ਦੀ ਜਿਹੜੀ ਹੈ ਬਾਤਚੀਤ ਕਰ ਰਹੇ ਹੋ, ਪਰ ਜਿੱਥੇ ਤੱਕ ਬਾਤਚੀਤ ਦਾ ਸਵਾਲ ਹੈ, ਸਰਕਾਰ ਅੱਜ ਵੀ ਗੰਭੀਰ ਨਹੀਂ ਹੈਗੀ ਇਸ ਮੁੱਦੇ 'ਤੇ। ਬਾਤ ਜਿਹੜੀ ਅੱਜ ਵੀ ਹੋਣੀ ਹੈ, ਮੇਰੀ ਸਮਝ ਹੈ ਵੀ ਅੱਜ ਵੀ ਗੰਭੀਰ ਨਹੀਂ, ਕਿਉਂਕਿ ਵਾਰਤਾ ਤੋਂ ਪਹਿਲਾਂ ਜਿਹੜਾ ਬਿਆਨ ਮੰਤਰੀ ਸਾਹਿਬ ਦਾ ਜਾਂ ਜਿਹੜੀ ਹਲਚਲ ਸਰਕਾਰ ਦੇ ਅੰਦਰ ਹੈ, ਹੋਰ ਲੋਕਾਂ ਨੂੰ ਬਾਈਪਾਸ ਕਰਕੇ ਜਿਹੜੀਆਂ ਜਥੇਬੰਦੀਆਂ ਨੇ ਇੱਥੇ ਅੰਦੋਲਨ ਸ਼ੁਰੂ ਕੀਤਾ ਹੋਇਆ, ਉਹਨਾਂ ਨੂੰ ਬਾਈਪਾਸ ਕਰਕੇ ਹੋਰਨਾਂ ਨਾਲ ਗੱਲ ਕਰਨੀ ਹੈ। ਜਿਹੜੇ ਕੁਝ ਲੋਕਾਂ ਨੇ ਹਰਿਆਣੇ ਦੇ ਕੁਝ ਜਥੇਬੰਦੀਆਂ ਨੂੰ ਮਿਲਣਾ, ਉਹ ਅਖੌਤੀ ਜਥੇਬੰਦੀਆਂ ਨੂੰ ਜਿਹੜੀਆਂ ਕਹਿੰਦੀਆਂ ਨੇ ਇਹ ਕਾਨੂੰਨ ਵਧੀਆ ਨੇ। ਜੇ ਵਧੀਆ ਨੇ ਤੁਸੀਂ ਆ ਕੇ ਉਰੇ ਬੈਠੋ, ਪਤਾ ਲੱਗ ਜੇ, ਜਾਂ ਇਸ ਨੂੰ ਘੋਲ ਕਰਕੇ ਆਓ ਵੀ ਇਹਦੇ ਵਾਸਤੇ ਅੰਦੋਲਨ ਲੜੋ ਵੀ ਅਸੀਂ ਨਹੀਂ ਹੋਣ ਦੇਣੀਆਂ, ਜਦੋਂ ਕਿ ਉਹ ਸਿਰਫ ਅਖੌਤੀ ਜਥੇਬੰਦੀਆਂ ਨੇ। ਇੱਕ ਉਹ ਸਰਕਾਰ ਦੇ ਸਮਝ ਲੈ ਪਾਛੂ ਲੋਕ ਨੇ ਜਿਹੜੇ ਮਤਲਬ ਉਹ ਸਰਕਾਰ ਤੋਂ ਕੁਝ ਲਾਭ ਲੈਣਾ ਚਾਹੁੰਦੇ ਨੇ। ਅੱਜ ਉਹਨਾਂ ਨੂੰ ਮੌਕਾ ਹੈ ਵੀ ਅਸੀਂ ਲਾਭ ਲੈ ਲਈਏ, ਪਰ ਮੈਂ ਨਹੀਂ ਸਮਝਦਾ ਵੀ ਉਹ ਲੋਕਾਂ ਨੂੰ ਹਰਿਆਣੇ ਦੇ ਜਾਂ ਪੰਜਾਬ ਦੇ, ਯੂਪੀ ਦੇ, ਰਾਜਸਥਾਨ ਦੇ ਲੋਕ ਨੇ ਮਾफ़ ਕਰਨਗੇ। ਔਰ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਸਾਡਾ ਇੱਕੋ ਹੀ ਮੁੱਦਾ ਹੈ। ਇਸੇ ਮੁੱਦੇ 'ਤੇ ਇਹ ਮੀਟਿੰਗ ਰੱਖੀ ਗਈ ਸੀ ਵੀ ਜਿਹੜਾ ਹੈਗਾ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਨਾ, ਕਿਵੇਂ ਕਰਨਾ, ਸਿਰਫ ਇਸ ਵਿਸ਼ੇ 'ਤੇ ਹੀ ਗੱਲਬਾਤ ਹੋਣੀ ਹੈ। ਜੇ ਸਰਕਾਰ ਇੱਧਰ ਉੱਧਰ ਗੱਲ ਕਰੂਗੀ, ਅਸੀਂ ਗੱਲਬਾਤ ਨਹੀਂ ਕਰਾਂਗੇ। ਸੈਕਟਰੀ ਸਾਡਾ ਮੁੱਦਾ ਹੈ। ਇਸ ਤੋਂ ਬਾਅਦ ਜੇ ਇਹ ਹੱਲ ਹੁੰਦਾ ਫਿਰ MSP ਦਾ ਵੀ MSP ਅਸੀਂ ਸਾਡੀ ਮੰਗ ਹੈ ਵੀ ਇਸ ਨੂੰ ਕਾਨੂੰਨੀ ਜਿਹੜਾ ਅਖਤਿਆਰ ਦਿੱਤਾ ਜਾਵੇ। ਔਰ C2 ਫਾਰਮੂਲਾ ਜਿਹੜਾ ਸਵਾਮੀਨਾਥਨ ਕਮਿਸ਼ਨ ਨੇ ਤੈਅ ਕੀਤਾ ਹੈ, ਉਹਦੇ ਅਨੁਸਾਰ ਹੀ ਇਹਦਾ ਜਿਹੜਾ ਖਰਚਾ ਤੇ ਭਾਅ ਹੈ ਜਿਹੜਾ ਤੈਅ ਕੀਤਾ ਜਾਵੇ। ਨਹੀਂ ਤਾਂ ਸਰਕਾਰ ਦੀ ਮਰਜ਼ੀ ਹੈ, 1000 ਕਰਕੇ ਉਹਦਾ 1500 ਦੇ ਦੂ, 1200 ਕਰਕੇ 1800 ਦੇਊ, ਜਦੋਂ ਕਿ ਅੱਜ ਜਿਹੜੀ ਪੋਜੀਸ਼ਨ ਹੈ ਉਹ 2000 ਤੋਂ ਉੱਪਰ 1000 ਖਰਚਾ 2900 3000 ਰੁਪਏ ਪਰ ਕੁਆਂਟਲ ਬਣਨ ਨੂੰ ਜਾ ਰਹੀ ਹੈ। ਸੋ ਇਸ ਕਰਕੇ ਅਸੀਂ ਇਸ ਮੁੱਦੇ ਤੋਂ ਬਿਨਾਂ ਇੱਧਰ ਉੱਧਰ ਹੋਰ ਕੋਈ ਜਿਹੜੀ ਗੱਲ ਸਰਕਾਰ ਨਾਲ ਨਹੀਂ ਕਰਾਂਗੇ ਜੀ। ਤੁਸੀਂ ਦੇਖ ਸਕਦੇ ਹੋ ਬਲਦੇਵ ਸਿੰਘ ਨਿਹਾਲਗੜ੍ਹ ਜੀ ਆਲ ਇੰਡੀਆ ਕਿਸਾਨ ਸਭਾ ਤੋਂ ਸਾਡੇ ਨਾਲ ਜੁੜੇ ਹੋਏ ਸੀ। ਬੱਸਾਂ ਵੀ ਪਹੁੰਚ ਚੁੱਕੀਆਂ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕਿਸਾਨ ਜਿਹੜੇ ਨੇ ਪਹੁੰਚ ਚੁੱਕੇ ਨੇ ਬਾਰਡਰਾਂ ਦੇ ਉੱਤੋਂ, ਤੇ ਲਗਾਤਾਰ ਅਸੀਂ ਤੁਹਾਡੇ ਨਾਲ ਅੱਜ ਬੈਠਕ ਦੀ ਜਿੰਨੀ ਜੋ ਵੀ ਜਾਣਕਾਰੀ ਹੈ ਤੁਹਾਡੇ ਨਾਲ ਲਗਾਤਾਰ D5 ਚੈਨਲ ਪੰਜਾਬੀ ਰਾਹੀਂ ਸਾਂਝੀ ਕਰਦੇ ਰਵਾਂਗੇ। टिकैत जी साढ़े मौजूद है, गलबात कर लेने हैं। टिकैत जी, किस तरीके की बातचीत आज होगी? आज 8वें गेड़ की बैठक है, लेकिन सरकार किसी नीति पर नहीं पहुंच पा रही है। किसानों का समय जो है बर्बाद हो रहा है। 44 दिन हो चुके हैं, ठंड बहुत है, बच्चे बुजुर्ग मर भी रहे हैं, तो इस सब में क्या देखते हैं? आज बात करेंगे इनसे अंदर, और ये क्या बताते हैं उसे देखते हैं क्या बताते हैं। पर जिस तरीके से नानक सर के जो मुखी हैं बाबा लखा जी, वो मिलने पहुंचे हैं, उनको बिचौलिया बनाने की तोमर जी ने बात कही है कि प्रपोजल जो है देंगे कि सूबा सरकारों पर छोड़ दिया जाए, अलग अलग राज्यों के सरकारों पर छोड़ दिया जाए कानून लागू करने या नहीं करने। तो इस सब में क्या लगता है, ये सही माना जाए खेती कानूनों के लिए? स्टेट इस पर ज़्यादा वो नहीं कर सकती। स्टेट सेंटर के कंट्रोल में रहती है और वो उससे काम करेगी। MSP का सवाल है तो MSP भारत सरकार तय करती है। एक स्टेट ने ये कह दिया कि भाई मैं अपने यहाँ पर उससे कंपनी बेचने दूंगा, व्यापारी दूसरे वहाँ से खरीद कर ले आएगा दूसरे स्टेट से। तो ये कानून भारत सरकार को ही बदलने पड़ेंगे, उसी को रिफिल करना पड़ेगा, इनको उसी को ख़त्म करना पड़ेगा। सरकार रिपील करने की बात जो पिछली बार भी मना हो गया, आज भी अखबारों में जो बयान आया उस तौर से साफ हो रहा है कि जाहिर है सरकार कानून रद्द नहीं करेगी। हाँ, और हम ही क्या मान रहे हैं, हम ही क्या घर वापसी जाने लग रहे हैं, यही रहेंगे। जिस तरीके से बीते दिन ट्रैक्टर मार्च भी हुआ, लगता है सरकार पर कुछ असर पड़ेगा इस चीज़ों को देखकर? हाँ, पढ़ना तो चाहिए कुछ असर। हम लोग स्पेशली अगर नहीं पढ़ रहे तो भाई क्या इलाज है फिर हमारे? हम तो यहीं रहेंगे, 2024 तक रहेंगे हम। मई 2024 तक दिल्ली में ही रहेंगे।
जी। हाँ तो लगातार जिस तरीके से किसानों की मौत भी हो रही है, उनको श्रद्धांजलि तो दी गई, लेकिन दे उनका रहे हैं। मुआवजा लेने के लिए या कुछ नहीं उनकी नहीं राय देने के मुआवजा और वो नहीं, वो तो जो करना अपने आप करना, अभी उन चीज़ों पर बातचीत नहीं है। ਤੁਸੀਂ ਦੇਖ ਸਕਦੇ ਹੋ ਰਾਕੇਸ਼ ਟਕੇਤ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਹੋਏ ਸੀਗੇ, ਲਗਾਤਾਰ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਅੱਜ ਗੱਲਬਾਤ ਹੋਏਗੀ ਕਿਸਾਨ ਜਥੇਬੰਦੀਆਂ ਜੇਕਰ ਜਿੱਦਨ ਬੇਜਿੱਦ ਨੇ ਬਿਲਕੁਲ ਕਿ ਕਾਨੂੰਨ ਜਿਹੜੇ ਆ ਉਹ ਰੱਦ ਹੀ ਕਰਾਉਣੇ ਨੇ ਔਰ ਉਸ ਤੋਂ ਘੱਟ ਜਿਹੜਾ ਹੈ ਕੁਛ ਨਹੀਂ ਕਰਾਉਣਾ ਔਰ ਸੂਬਾ ਸਰਕਾਰਾਂ ਤੇ ਜੇਕਰ ਗੱਲ ਛੱਡੀ ਜਾਣੀ ਹੈ, ਇਹ ਵੀ ਕਿਸਾਨਾਂ ਨੂੰ ਨਾ ਮਨਜ਼ੂਰ ਹੈ ਕਿ ਸੂਬਾ ਸਰਕਾਰ ਜਿਹੜੀ ਹੈ ਉਹ ਕਾਨੂੰਨ ਦੇ ਵਿੱਚ ਕੋਈ ਇਸ ਦਾ ਰਾਈਟ ਨਹੀਂ ਹੈ ਕਿ ਕੇਂਦਰ ਦੀ ਸਰਕਾਰ ਨੂੰ ਜਿਹੜਾ ਕਾਨੂੰਨ ਰੱਦ ਕਰਨੇ ਚਾਹੀਦੇ ਔਰ ਇਹ ਪ੍ਰਪੋਜ਼ਲ ਜਿਹੜੀ ਹੈ ਇਹ ਵੀ ਕਿਸੇ ਤੌਰ ਦੇ ਉੱਤੇ ਨਹੀਂ ਮੰਨੀ ਜਾਏਗੀ। ਤੋ ਹੋਰ ਕਿਸਾਨ ਆਗੂ ਜਿਹੜੇ ਦਰਸ਼ਨਪਾਲ ਜੀ ਸਾਡੇ ਨਾਲ ਜੁੜ ਗਏ ਨੇ, ਗੱਲਬਾਤ ਕਰ ਰਹੇ ਨੇ। ਸਰ 2 ਮਿੰਟ ਗੱਲਬਾਤ ਕਰਾਂਗੇ, ਸਿਰਫ ਇੱਕ ਗੱਲ, ਅੱਜ ਕਿਸ ਤਰੀਕੇ ਦੀ ਬੈਠਕ ਹੁੰਦੀ ਹੈ? ਸੋ ਗੱਲਬਾਤ ਜਿਹੜੀ ਹੈ ਨਹੀਂ ਕੀਤੀ ਹੈ ਦਰਸ਼ਨਪਾਲ ਜੀ ਨੇ। ਤੋ ਸਾਰੇ ਹੀ ਆਗੂ ਜਿਹੜੇ ਨੇ ਹੁਣ ਸਾਫ਼ ਕਹਿ ਰਹੇ ਨੇ ਕਿ ਅੰਦਰ ਜਾ ਕੇ ਹੀ ਗੱਲਬਾਤ ਹੋਏਗੀ ਜੋ ਹੋਏਗੀ ਔਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਉੱਤੇ ਲਗਾਤਾਰ ਇਹੀ ਮੰਗ ਰੱਖੀ ਜਾਏਗੀ ਕਿ ਪਹਿਲੇ ਖੇਤੀ ਕਾਨੂੰਨ ਰੱਦ ਹੋਣ, ਫਿਰ MSP ਤੇ ਚਰਚਾ ਹੋਏਗੀ ਔਰ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਸਰਕਾਰ ਨਾਲ ਹੋਣਗੀਆਂ। ਲੇਕਿਨ ਪਹਿਲੀ ਮੰਗ ਜਿਹੜੀ ਹੈ ਲਗਾਤਾਰ ਇਹੀ ਹੈ ਕਿ ਕਾਨੂੰਨ ਕਿਸੇ ਵੀ ਹਾਲਤ ਦੇ ਵਿੱਚ, ਕਿਸੇ ਦੀ ਸੂਰਤ ਦੇ ਵਿੱਚ ਰੱਦ ਹੋਣੇ ਚਾਹੀਦੇ ਨੇ। ਕੈਮਰਾ ਪਰਸਨ ਕਰਨਜੀਤ ਸਿੰਘ ਦੇ ਨਾਲ ਦਵਿੰਦਰ ਸਿੰਘ, D5 ਚੈਨਲ ਪੰਜਾਬੀ, ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।